Hello students, today my thought is wherever you go with all your heart. ठीक है बेटा, जो भी काम करना है पूरा मन लगा के करो, पूरा दिल लगा के करो तो मंजिल जरूर मिलेगी. So myself Manika Mankhand, lecturer of physics in Government Senior Secondary School Lang, District Patiala. आज बेटा मैं एक छोटी जी कोशिश की है. तुसी यूनिट 4 ਦੀਆਂ ਅਸਾਈਨਮੈਂਟਸ ਸਾਰੇ ਬੱਚੇ ਕਰ ਚੁੱਕੇ ਹੈ ਨਾ. ਅੱਜ ਮੈਂ ਉਹਦੇ ਵਿੱਚੋਂ ਹੀ ਇੱਕ ਨੰਬਰ ਵਾਲੇ ਕੁਐਸਚਨ ਜਿਹੜੇ ਉਹ ਕੈਰੀ ਕੀਤੇ ਹੈ. ਠੀਕ ਹੈ, ਉਹ ਕੁਐਸਚਨਸ ਨੂੰ ਅਸੀਂ ਇੱਕ ਵਾਰੀ ਰਿਵਾਈਜ਼ ਕਰਾਂਗੇ. ਨੋਟ ਅ ਕੁਇਜ਼, ਅੱਜ ਕੁਇਜ਼ ਨਹੀਂ ਹੈ ਤੁਹਾਡਾ. ਤੁਸੀਂ ਜਸਟ ਇੱਕ ਵਾਰ ਇੱਕ ਸਿੰਪਲ ਨਜ਼ਰ ਮਾਰ ਲਓ ਇਹਨਾਂ ਸਾਰੇ ਕੁਐਸਚਨਸ ਦੀ, ਕਿਉਂਕਿ ਰਾਉਂਡ ਅਬਾਊਟ 50 ਕੁਐਸਚਨਸ ਨੇ ਇਹ. ਸੋ ਮੈਂ ਇਹ ਕੋਸ਼ਿਸ਼ ਇਸ ਲਈ ਕੀਤੀ ਹੈ ਬੇਟਾ, ਤੁਸੀਂ ਬਾਰ-ਬਾਰ ਮੈਨੂੰ ਪਤਾ ਹੈ ਕਿ ਉਹਦੇ ਵਿੱਚ 2 ਨੰਬਰ ਵਾਲੇ 3 ਨੰਬਰ ਵਾਲੇ ਕੁਐਸਚਨ ਵੀ ਹੈ. ਸੋ ਜਿਹੜੇ ਆਬਜੈਕਟਿਵ ਹੈ ਉਹਦੇ 'ਚ ਸਾਨੂੰ 1 ਨੰਬਰ ਵਾਲੇ ਹੀ ਆਣੇ ਹੈ. ਸੋ ਇਸ ਕਰਕੇ ਮੈਂ ਸਾਰੇ ਇਕੱਠੇ ਕਰਕੇ ਇਸ ਵੀਡੀਓ ਦੇ ਵਿੱਚ ਰੱਖੇ ਹੈ ਤਾਂ ਕਿ ਮੇਰੇ ਬੱਚਿਆਂ ਨੂੰ ਜਦੋਂ ਜ਼ਰੂਰਤ ਪਵੇ ਮੇਰੇ ਬੱਚੇ ਦੇਖ ਲੈਣ. ਠੀਕ ਹੈ ਬੇਟਾ, ਸ਼ੁਰੂ ਕਰਦੇ ਹਾਂ. ਡਾਇਨਮੋ ਇਜ਼ ਬੇਸਡ ਔਨ, ਤੁਹਾਨੂੰ ਆਪਸ਼ਨਸ ਹੋਣਗੀਆਂ ਬੇਟਾ, ਇਹਦੇ ਵਿੱਚ ਤੁਸੀਂ ਆਨਸਰ ਲਿਖਣਾ ਹੈ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ, ਕਿਉਂਕਿ ਤੁਹਾਨੂੰ ਪਤਾ ਹੈ 4th ਯੂਨਿਟ ਸਾਰਾ ਇੰਡਕਸ਼ਨ ਤੇ ਬੇਸਡ ਹੈ ਨਾ ਬੇਟਾ. नेक्स्ट है बेटे, हाउ करंट कैन बी इंट्रोड्यूस्ड इन अ कॉइल ड्यू टू मैगनेट. ये भी तुसी सब ने किया हुआ है. करंट कदों इंड्यूस होंदा है जदों फ्लक्स चेंज होंदी है. सो की करना है जदों असी मैगनेट नू मूव करते हैं. ओके, इट इज प्रोड्यूस्ड बाय मूविंग अ मैगनेट, बिकॉज व्हेन मैगनेट इज मूव्ड फ्लक्स विल चेंज. नेक्स्ट इज इंड्यूस्ड EMF इज प्रोड्यूस्ड बाय कांस्टेंट मैग्नेटिक फील्ड. फॉल्स है ना, ट्रू फॉल्स विच आएगा. सानू पता है इंड्यूस्ड EMF अदों आंदी है जदों मैगनेटिक फ्लक्स वेरी करती है, ते कांस्टेंट मैगनेटिक फील्ड दे विच तां पॉसिबल ही नहीं है. नेक्स्ट है वाई इंड्यूस्ड EMF इज कॉल्ड बैक EMF. हुण तुहानू लेंजेस ला सारिਆਂ ਨੂੰ पता है ना. अकॉर्डिंग टू लेंजेस ला इंड्यूस्ड EMF opposes the cause of its production, so it is called back EMF. When north pole of a magnet is moved away from a coil, what is the direction of current induced in coil? ਤੁਸੀਂ ਸਾਰਿਆਂ ਨੇ ਬੇਟਾ ਕੋਇਲ ਦੇ ਕਰਕੇ ਜਿਹੜੀ ਮੈਗਨੈਟਿਕ ਫੀਲਡ ਆਪਾਂ ਫਾਈਂਡ ਆਊਟ ਕੀਤੀ ਸੀ, ਉਹ ਵੀਡੀਓ ਦੇਖੀ ਹੋਈ ਹੈ ਨਾ ਸਭ ਬੱਚਿਆਂ ਨੇ, 3rd ਯੂਨਿਟ ਵਾਲੀ. ਠੀਕ ਹੈ, ਉਹਦੇ ਵਿੱਚ ਮੈਂ ਤੁਹਾਨੂੰ ਸਮਝਾਇਆ ਸੀ ਕਿ ਕੋਇਲ ਅਗਰ ਸਾਊਥ ਪੋਲ ਦੀ ਤਰ੍ਹਾਂ ਕੰਮ ਕਰੇਗਾ, ਜਿਹੜਾ ਫੇਸ ਉਹ 'ਚ ਕਰੰਟ ਕਿੱਦਾਂ ਫਲੋ ਕਰਦਾ ਹੈ, ਜਿਹੜਾ ਨਾਰਥ ਪੋਲ ਦੀ ਤਰ੍ਹਾਂ ਫਲੋ ਕਰੇਗਾ ਉਹ 'ਚ ਕਿੱਦਾਂ ਕਰੰਟ ਫਲੋ ਕਰਦਾ ਹੈ ਨਾ. ਉਹ ਕਨਸੈਪਟ ਆਪਣੇ ਦਿਮਾਗ 'ਚ ਰੱਖਿਓ. ਤੇ ਉਸ ਤੋਂ ਇਲਾਵਾ ਲੈਂजेस ਲਾ ਆਪਣੇ ਦਿਮਾਗ 'ਚ ਲਿਆਓ. ਹੁਣ ਕੀ ਕਿਹਾ, ਅਸੀਂ ਮੈਗਨੇਟ ਨੂੰ ਪਿੱਛੇ ਲੈ ਕੇ ਜਾ ਰਹੇ ਹਾਂ. ਮੈਗਨੇਟ ਨੂੰ ਅਸੀਂ ਪਿੱਛੇ ਨੂੰ ਲੈ ਕੇ ਜਾ ਰਹੇ ਹਾਂ ਤਾਂ ਕੋਇਲ ਦੀ ਟੈਂਡੈਂਸੀ ਕੀ ਹੋਏਗੀ ਲੈਂजेस ਲਾ ਕਰਕੇ, ਉਹ ਮੈਗਨੇਟ ਨੂੰ ਆਪਣੇ ਵੱਲ ਖਿੱਚੇਗਾ, ਹੈ ਨਾ. ਜੇ ਆ ਕੋਇਲ ਹੈ, ਮੰਨ ਲਓ ਮੈਂ ਇਸ ਮੈਗਨੇਟ ਨੂੰ ਪਿੱਛੇ ਲੈ ਕੇ ਜਾ ਰਹੀ ਹਾਂ ਤਾਂ ਉਹ ਇਸ ਨਾਰਥ ਪੋਲ ਨੂੰ ਆਪਣੇ ਵੱਲ ਖਿੱਚੇਗਾ. ਸੋ ਇੱਧਰ ਵਾਲਾ ਫੇਸ ਜਿਹੜਾ ਹੈ ਕੋਇਲ ਦਾ ਉਹ ਸਾਊਥ ਦੀ ਤਰ੍ਹਾਂ ਬਿਹੇਵ ਕਰੇਗਾ, ਤਾਂ ਹੀ ਆਪਣੇ ਵੱਲ ਖਿੱਚੇਗਾ ਨਾ. ਹੁਣ ਸਾਊਥ ਵਾਲੇ ਕੇਸ ਦੇ ਵਿੱਚ ਦੇਖੋ ਕਿੱਧਰ ਨੂੰ ਡਾਇਰੈਕਸ਼ਨ ਹੁੰਦੀ ਹੈ. ਤੁਸੀਂ ਆਪਣੀਆਂ ਕਾਪੀਜ਼ ਖੋਲ ਲਓ, ਮੈਂ ਤੁਹਾਨੂੰ ਬਣਾ ਕੇ ਦਿਖਾਇਆ ਸੀ. ਫਿਰ ਉਹ ਕਲੌਕਵਾਈਜ਼ ਡਾਇਰੈਕਸ਼ਨ ਹੁੰਦੀ ਹੈ. ਠੀਕ ਹੈ ਬੇਟਾ, ਸੋ ਇਹਦਾ ਆਨਸਰ ਕਲੌਕਵਾਈਜ਼ ਆ. नेक्स्ट है, हाउ मच डिफ्लेक्शन इज प्रोड्यूस्ड इन गैल्वेनोमीटर व्हेन मैग्नेट इज केप्ट स्टेशनरी नियर कॉइल. जे स्टेशनरी है बेटे मैग्नेट, फिर तो कोई डिफ्लेक्शन होनी नहीं है, क्योंकि स्टेशनरी का मतलब असी मैग्नेटिक फील्ड चेंज ही नहीं कर रहे. विल देयर बी इंड्यूस्ड करंट इन कंडक्टर मूव पैरेलल टू मैग्नेटिक फील्ड. ਜਦੋਂ ਤੁਸੀਂ ਇੰਡਿਊਸ ਕਰੰਟ ਵਾਲਾ ਕੀਤਾ ਸੀ ਨਾ, ਮੋਸ਼ਨਲ EMF ਤੁਸੀਂ ਕੀਤਾ ਸੀ, ਜੇ ਅਸੀਂ ਕੰਡਕਟਰ ਨੂੰ ਬੇਟਾ ਪੈਰਲਲ ਰੱਖੀਏ ਤਾਂ ਤੁਹਾਡੇ ਕੋਲ ਕੀ ਹੋਏਗਾ, ਮੈਗਨੈਟਿਕ ਫੋਰਸ ਹੀ ਨਹੀਂ ਆਏਗੀ ਇਸ ਕੇਸ ਦੇ ਵਿੱਚ. ਜੇ ਮੈਗਨੈਟਿਕ ਫੋਰਸ ਨਹੀਂ ਆਏਗੀ ਤਾਂ ਚਾਰਜ ਅਕੂਮੂਲੇਸ਼ਨ ਹੋਣੀ ਨਹੀਂ ਹੈ. ਮੋਸ਼ਨਲ EMF ਵਾਲਾ ਵੀਡੀਓ ਅੱਛੀ ਤਰ੍ਹਾਂ ਦੇਖੋ, ਉਹਦੇ 'ਚ ਦੇਖੋ ਕਿ ਫੋਰਸ ਲੱਗਿਆ ਸੀ ਤਾਂ ਕਰਕੇ ਇਲੈਕਟ੍ਰੋਨ ਇੱਕ ਪਾਸੇ ਇਕੱਠੇ ਹੋ ਗਏ ਸੀ ਤੇ ਪੋਜ਼ਿਟਿਵ ਚਾਰਜ ਇੱਕ ਪਾਸੇ ਇਕੱਠਾ ਹੋ ਗਿਆ ਸੀ, ਫਿਰ ਉਹ ਕਰੰਟ ਫਲੋ ਸ਼ੁਰੂ ਹੋ ਗਿਆ ਸੀ, ਹੈ ਨਾ. ਇਸ ਕੇਸ ਦੇ ਵਿੱਚ ਕੋਈ ਕਰੰਟ ਨਹੀਂ ਆਏਗਾ. मैग्नेटिक फ्लक्स इज अ स्केलर क्वांटिटी, ये तो पता है ट्रू है ना, क्योंकि फ्लक्स जी डॉट प्रोडक्ट है. सो वट इज रिलेशन बिटवीन वेबर एंड मैक्सवेल. एक गल का बेटा ध्यान रखियो, कई बार ना क्वेश्चन आ जाते होंगे वैबर किद्दां लिखना है. तुसी जे तुसी ना वैबर पूरा लिख रहे हो तो W छोटा पाना है. ਜਦੋਂ ਵੀ ਆਪਾਂ ਕਿਸੇ ਸਾਇੰਟਿਸਟ ਦੇ ਨਾਮ ਤੇ ਯੂਨਿਟ ਰੱਖਦੇ ਆ ਨਾ ਤਾਂ ਨੋਟੇਸ਼ਨ ਜੇ ਕੱਲਾ ਸਿੰਬਲ ਹੈ ਉਹ ਕੈਪੀਟਲ ਪਾਣਾ, ਅਸੀਂ ਜਿੱਦਾਂ ਕੂਲਮ ਦਾ C ਆਪਾਂ ਵੱਡਾ ਪਾਣੀ ਹੈ. ਜਦੋਂ ਪੂਰਾ ਕੂਲਮ ਲਿਖਣਾ ਹੈ ਤਾਂ C ਛੋਟਾ ਲਿਖਣਾ ਹੈ. ਫਿਰ ਠੀਕ ਹੈ ਨਾ, ਉਹ ਯੂਨਿਟ ਹੈ. ਜੇ ਤੁਸੀਂ ਕੂਲਮ ਲਿਖਦੇ ਹੋਏ C ਵੱਡਾ ਪਾਤਾ ਉਹ ਸਾਇੰਟਿਸਟ ਦਾ ਨਾਮ ਬਣ ਜਾਏਗਾ. ਸੋ ਇਹ ਇਦਾਂ ਦੀਆਂ ਗੱਲਾਂ ਛੋਟੀਆਂ ਛੋਟੀਆਂ ਮਾਈਂਡ 'ਚ ਰੱਖਿਆ ਕਰੋ. ਵਟ ਇਜ਼ ਰਿਲੇਸ਼ਨ ਬਿਟਵੀਨ ਵੈਬਰ ਐਂਡ ਮੈਕਸਵੈਲ, ਇਹ ਰਿਲੇਸ਼ਨ ਤੁਸੀਂ ਯਾਦ ਰੱਖਣਾ ਹੈ. ਤੁਹਾਨੂੰ ਆਪਸ਼ਨਸ ਗਿਵਨ ਹੋਣਗੀਆਂ ਬੇਟਾ, ਲੇਕਿਨ ਤੁਸੀਂ 10⁸ ਮੈਕਸਵੈਲ ਯਾਦ ਰੱਖਣਾ ਹੈ. नेक्स्ट है, वट इज द बेसिक कॉज ऑफ इंड्यूस्ड EMF. इंड्यूस्ड EMF का कॉज की होंदा बेटा, वही चेंज इन फ्लक्स है ना.
उस तो बाद है वेबर इज यूनिट ऑफ विच क्वांटिटी, वेबर कादे यूनिट है मैग्नेटिक फ्लक्स दे। डज इंड्यूस्ड ईएमएफ डिपेंड अपॉन रेजिस्टेंस, रेजिस्टेंस ते डिपेंड करती है, बिल्कुल इहदे विच रेजिस्टेंस का कोई जिक्र ही नहीं सी आया है ना, सो बिल्कुल नहीं करती। नेक्स्ट है यूनिट ऑफ मैग्नेटिक फ्लक्स, ऐसा यूनिट ऑफ मैग्नेटिक फ्लक्स। देखो बेटे बार बार आ रहा है वाला क्वेश्चन जिहड़ा है, सो ये तुसी अपने दिमाग च बसा लेना है कि मैग्नेटिक फ्लक्स दी यूनिट वेबर है, ठीक है, या तुहानूं ये आएगा वेबर किस दी यूनिट है, या फ्लक्स मैग्नेटिक फ्लक्स दी यूनिट की है, कुछ भी आ सकता है। Lenses lies consequence of conservation of, स्पैशल लाइन ਆਪਾਂ लिखी हुई है ना कि एनर्जी कंजरवेशन ਨੂੰ फॉलो करता है, सो ਜਿਹੜੇ ਮਰਜ਼ੀ ਆਪਸ਼ਨ ਦਿੱਤੇ ਹੋਣ ਤੁਸੀਂ એનર્ਜੀ ਤੇ ਕੰਸੈਂਟਰੇਟ ਕਰਨਾ ਹੈ। ਨੈਕਸਟ ਹੈ ਐਸਆਈ ਯੂਨਿਟ ਆਫ ਸੈਲਫ ਇੰਡਕਟੈਂਸ, ਯਾਦ ਹੈ ਸਾਰਿਆਂ ਨੂੰ ਹੈਨਰੀ ਹੁੰਦੇ ਆ ਨਾ, ਸੋ ਅਸੀਂ ਹੈਨਰੀ ਲਿਖਣਾ ਹੈ। ਨੈਕਸਟ ਹੈ ਇੰਡਿਊਸਡ ਕਰੰਟ ਇਜ਼ ਦ ਕਰੰਟ ਡਿਊ ਟੂ ਇੰਡਿਊਸਡ ਈਐਮਐਫ, ਇਹ ਵੀ ਟਰੂ ਹੈ ਨਾ, ਠੀਕ ਹੈ ਨਾ ਇਹ ਗੱਲ। ਆ ਵੀ ਹੁਣ ਧਿਆਨ ਨਾਲ ਦੇਖੋ ਬੇਟਾ ਹੈਨਰੀ ਦਾ ਐਚ ਛੋਟਾ ਪਾਇਆ, ਜੇ ਤੁਸੀਂ ਵੱਡਾ ਪਾ ਦਿੰਦੇ ਬਾਕੀ ਨਾ ਲਿਖਦੇ ਤਾਂ ਨੋਟੇਸ਼ਨ ਹੋਣੀ ਸੀ ਹੈ ਨਾ, ਜੇ ਇਹਦੇ ਵਿੱਚ ਐਚ ਵੱਡਾ ਕਰ ਦਿੱਤਾ ਤਾਂ ਸਾਇੰਟਿਸਟ ਦਾ ਨਾਮ ਬਣ ਜਾਣਾ ਸੀ। ਨੈਕਸਟ ਹੈ ਬੇਟਾ ਵਿਚ ਲਾ ਇਜ਼ ਯੂਜ਼ਡ ਟੂ ਫਾਈਂਡ ਡਾਇਰੈਕਸ਼ਨ ਆਫ ਇੰਡਿਊਸਡ ਕਰੰਟ, ਲੈਂਜਸ ਲਾ ਹੈ ਨਾ, ਇਹ ਤਾਂ ਸਾਰੇ ਮੈਨੂੰ ਲੱਗਦਾ ਬੱਚਿਆਂ ਨੂੰ ਯਾਦ ਹੀ ਰਹਿਣਗੇ। ਇਹ ਆਪਸ਼ਨਸ ਜਿਹੜੀਆਂ ਮਰਜ਼ੀ ਨਾਲ ਦਿੱਤੀਆਂ ਹੋਣ ਕਨਫਿਊਜ਼ ਕਰਨ ਲਈ ਤੁਹਾਨੂੰ, ਤੁਸੀਂ ਜਦੋਂ ਇਹਨਾਂ ਨੂੰ ਇੱਕ ਵਾਰੀ ਸੁਣ ਲਿਆ ਵੀਡੀਓ ਨੂੰ ਅੱਛੀ ਤਰ੍ਹਾਂ ਆਪਣੇ ਦਿਮਾਗ 'ਚ ਬਿਠਾ ਲਿਆ ਤਾਂ ਬਾਰ-ਬਾਰ ਪੜ੍ਹਨ ਦੀ ਜ਼ਰੂਰਤ ਹੀ ਨਹੀਂ ਪੈਣੀ। नेक्स्ट है बेटा विच लॉ ऑफ मैग्नेटिज्म इस्टैबलिश दैट मोनोपोल्स डू नॉट एग्जिस्ट, ਤੁਹਾਨੂੰ ਸਾਰਿਆਂ ਨੂੰ ਪਤਾ ਨਾ मैग्नेट ਨੂੰ ਜਿੰਨਾ ਮਰਜ਼ੀ ਤੋੜੀ ਜਾਈਏ ਛੋਟੇ ਤੋਂ ਛੋਟਾ ਕਰ ਲਈ ਉਹਦੇ ਦੋ ਪੋਲ ਤਾਂ ਰਹਿਣੀ ਰਹਿਣੀ, ਨਾਰਥ ਤੇ ਸਾਊਥ ਹੈ ਨਾ। ਇਹ ਕਿਹੜੇ ਲਾਅ ਚੋਂ ਜਾ ਕੇ ਜਸਟੀਫਾਈ ਹੁੰਦਾ ਹੈ, ਗੌਸ ਲਾਈਨ ਮੈਗਨੇਟਿਜ਼ਮ। ਗੌਸ ਲਾ ਆਪਾਂ ਕੀਤਾ ਨਾ, ਇੱਕ ਤੁਸੀਂ ਇਲੈਕਟ੍ਰੋਸਟੈਟਿਕ ਦੇ ਵਿੱਚ ਕੀਤਾ, ਇੱਕ ਮੈਗਨੇਟਿਜ਼ਮ ਦੇ ਵਿੱਚ ਕੀਤਾ, ਤੇ ਉਹ ਵਾਲਾ ਆਪਣਾ ਖੋਲ ਕੇ ਦੇਖ ਲੈਣਾ, ਉਹਦਾ ਕੰਸੈਪਟ ਹੈ। नेक्स्ट है बेटा हु डिस्कवर्ड एडी करंट्स, एडी करंट्स किहने कीता, फोकर ने है ना, ये मैं तुहानूं लिखवाया होया है कॉपी दे विच। नेक्स्ट है बेटा इन EMI इंड्यूस्ड EMF इज इंडिपेंडेंट ऑफ, ਇਹਦੇ ਵਿੱਚ ਵੀ ਤੁਹਾਨੂੰ ਆਪਸ਼ਨਸ ਦਿੱਤੀਆਂ ਹੋਣਗੀਆਂ। ਇੰਡਿਊਸਡ EMF ਕਿਸ ਤੋਂ ਇੰਡੀਪੈਂਡੈਂਟ ਹੁੰਦੀ ਹੈ, ਤੁਹਾਨੂੰ ਸਭ ਨੂੰ ਪਤਾ ਹੈ d∅/dt ਹੈ ਨਾ, ਮਾਈਨਸ ਫਲਕਸ ਤੇ ਡਿਪੈਂਡ ਕਰਦੀ ਹੈ, ਨੰਬਰ ਆਫ ਟਰਨਸ ਤੇ ਡਿਪੈਂਡ ਕਰਦੀ ਹੈ, ਟਾਈਮ ਤੇ ਡਿਪੈਂਡ ਕਰਦੀ ਹੈ, ਰੈਜ਼ਿਸਟੈਂਸ ਤੇ ਡਿਪੈਂਡ ਨਹੀਂ ਕਰੇਗੀ। ਜਦੋਂ ਇਸ ਤਰ੍ਹਾਂ ਦੀ ਆਪਸ਼ਨ ਹੈ ਉਹਨੂੰ ਫਾਰਮੂਲਾ ਆਪਣੇ ਦਿਮਾਗ 'ਚ ਲੈ ਆਣਾ ਹੈ। नेक्स्ट है बेटा ऐसा यूनिट ऑफ म्यूचुअल इंडक्टेंस, इंडक्शन ये भी हैनरी है, सेल्फ दे भी हैनरी है। एडी करंट्स हैव बोथ डिजायरेबल एंड अनडिजायरेबल इफेक्ट, ये तुहानूं पता है ट्रू है ना, हर चीज़ के फायदे भी होंगे नुकसान भी होंगे, असीं कीतियां होईयां ने इहदियां एप्लीकेशनस भी, सो ये ट्रू है। नेक्स्ट है द कोर ऑफ ट्रांसफार्मर इज लैमीनेटेड टू रिड्यूस, ट्रांसफार्मर की कोर क्यों लैमीनेट करते हो, सारे बच्चों ने वीडियो देखी हुई है ट्रांसफार्मर की है ना, सो ट्रांसफार्मर वाली वीडियो अच्छी तरह जिन्हें देखी उन्होंने पता है क्यों लैमीनेट करते हैं, टू रिड्यूस एडी करंट। ओके नेक्स्ट है बेटा मैग्नीट्यूड ऑफ अल्टरनेटिंग करंट, ਜਿਹੜਾ अल्टरनेटिंग करंट है ਤੁਹਾਨੂੰ ਸਭ ਨੂੰ ਪਤਾ है वो किस तरह ਚੱਲਦਾ है, इस तरह वेव की तरह है ना, सो ਉਹਦੇ ਵਿੱਚ मैग्नीट्यूड ਕੀ ਹੁੰਦਾ है, ਕੰਟੀਨਿਊਸਲੀ ਵੇਰੀ ਕਰਦਾ है। I is equal to 4 sin 50t एम्पीयर, फाइंड इट्स रूट मीन स्क्वेयर वैल्यू। ਜਦੋਂ ਅਸੀਂ ਇਸ ਤਰ੍ਹਾਂ ਦੀ ਨੋਟੇਸ਼ਨ ਲਿਖਦੇ ਆ ਨਾ ਬੇਟਾ, ਤਾਂ ਜਿਹੜਾ ਇੱਥੇ ਹੁੰਦਾ ਜਿੱਦਾਂ 4 ਹੈ ਇਹ ਪੀਕ ਵੈਲਿਊ ਹੈ ਨਾ, ਆਹ ਤੁਹਾਨੂੰ ਪਤਾ ਓਮੇਗਾ ਹੈ, ਤੇ ਅਸੀਂ ਰੂਟ ਮੀਨ ਸਕੁਅਰ ਵੈਲਿਊ ਕਿੱਦਾਂ ਕੱਢਦੇ ਹੁੰਦੇ ਆ, ਫਾਰਮੂਲਾ ਯਾਦ ਹੈ IRMS is equal to I0 upon √2, ਡੈਰੀਵੇਸ਼ਨ ਕੀਤੀ ਹੋਈ ਹੈ ਨਾ ਬੱਚਿਆਂ ਨੇ ਸਾਰਿਆਂ ਨੇ, ਵੀਡੀਓ ਵੀ ਦੇਖ ਲਿਆ ਕਰੋ ਬੇਟੇ ਤਾਂ ਕਿ ਤੁਹਾਨੂੰ ਸਮਝ ਆ ਜਾਏ। ਆਹ ਚੀਜ਼ ਡਿਰਾਈਵ ਹੋਈ ਸੀ ਫਿਰ ਸਾਡੇ ਕੋਲ 0.707 I0, ठीक है। ਹੁਣ ਤੁਹਾਨੂੰ I0 ਦੀ ਵੈਲਿਊ ਪਤਾ ਹੈ, ਪੁੱਟ ਕਰ ਦੋ, ਮਲਟੀਪਲਾਈ ਕਰੋਗੇ ਤਾਂ ਆਨਸਰ ਆ ਜਾਏਗਾ। नेक्स्ट है बेटा एवरेज वैल्यू ऑफ AC ओवर कंप्लीट साइकिल इज, एवरेज वैल्यू ऑफ AC ओवर कंप्लीट साइकिल, हुण एवरेज कड्ढनी आ वो 0 होएगी, ठीक है। एक मीन वैल्यू हुंदी जिन्हों असीं एवरेज वैल्यू करनी, एक हुंदी है RMS वैल्यू। RMS वैल्यू का यह फार्मूला एवरेज वैल्यू कंप्लीट साइकिल ते तुहानूं याद होना जदों मैं डेरीवेशन कराई सी तां मैं जिहड़ी एवरेज वैल्यू या मीन वैल्यू सी वो असीं हाफ साइकिल लई लई सी, कंप्लीटली तां नहीं सी लई क्योंकि वो 0 हो जानी सी फिर। सो असी इंटैग्रल ਦੀਆਂ लिमिट 0 to t/2 ਲਈਆਂ ਸੀ है ना, वो इसे करके ਲਈਆਂ ਸੀ क्योंकि कंप्लीट साइकिल ਤੇ 0 हो जाती है। नेक्स्ट है बेटा द RMS वैल्यू ऑफ AC इज ऑल्सो कॉल्ड, ये तुहानूं पता है कई बार मैं तुहानूं लिखवाया सी, कई बार वर्चुअल वैल्यू पूछ लेंदे हैं, सो इसदा आंसर है वर्चुअल वैल्यू। नेक्स्ट है बेटा AC कैन नॉट बी मेजर्ड बाय एमीटर बिकॉज, AC ਨੂੰ ਆਪਾਂ ਐਮੀਟਰ ਨਾਲ ਕਿਉਂ ਨਹੀਂ ਮੈਜ਼ਰ ਕਰ ਸਕਦੇ, ਉਹੀ ਗੱਲ ਹੈ ਫਿਰ क्योंकि ਇਹ ਤਾਂ ਇੱਕ ਸਾਈਕਲ ਤੋਂ ਬਾਅਦ ਇਹਨੇ 0 ਹੋ ਜਾਣਾ ਹੈ, करंट ਤਾਂ ਆ ਰਿਹਾ ਹੈ, लेकिन ਜਦੋਂ ਉਹਦੀ ਐਵਰੇਜ ਵੈਲਿਊ ਹੀ ਕੰਪਲੀਟ ਸਾਈਕਲ ਲਈ 0 ਹੋ ਗਈ ਤਾਂ ਅਸੀਂ ਕਿੱਦਾਂ ਮੈਜ਼ਰ ਕਰਾਂਗੇ, ਉਹੀ ਇਹਦਾ ਰੀਜ਼ਨ ਹੈ। नेक्स्ट है बेटा व्हाट इज RMS वैल्यू ऑफ करंट,
करंट की RMS वैल्यू की डेफिनेशन लिखनी है बेटे, ठीक है। RMS ते मीन वैल्यू दोनों का ध्यान रखना, एक दे विच हीट का आपां कंसैप्ट यूज करते हैं, एक दे विच असीं चार्ज का कंसैप्ट यूज करते हैं, ठीक है। RMS वैल्यू की डेफिनेशन की लिखवाई सी, दैट स्टैडी करंट विच प्रोड्यूस सेम अमाउंट ऑफ हीट इन रेजिस्टेंस फॉर कंप्लीट साइकिल, ठीक है। उहदे च हाफ साइकिल है, इहदे च कंप्लीट साइकिल एज AC डज इन सेम रेजिस्टेंस फॉर सेम टाइम। नेक्स्ट है E इज इक्वल टू 200 sin 50t, ओके। पीक वैल्यू तुसी दसनी है तो सौखा ही है, कोई फार्मूला लगाना ही नहीं, ये कंफ्यूज नहीं होना, मतलब ये नहीं देखना भी हम रूट मीन स्क्वेयर ही होना तो असी फार्मूला ला दी, ये भी पढ़ लियो पूछया की है। पीक वैल्यू तो यही है बेटा जी इत्थे दिती हुई है 200। नेक्स्ट है SI यूनिट ऑफ इंपीडेंस, इंपीडेंस के SI यूनिट की है, तो दस्या होया कि इंपीडेंस रेजिस्टेंस ही है LCR सर्किट का, है ना। तो इंपीडेंस जो रेजिस्टेंस है तो उहदे यूनिट ओम होणगे। Next beta, in case of inductive circuit, inductive reactance is proportional to inductance. Okay, in case of inductive circuit, inductive reactance जिहड़ी है वो किस तरह proportional है inductance नू, directly या inversely। तुहानू reactance दा formula याद है की सीगा, XL is equal to omega L सी ना, so L inductance हुंदी है, इहदा मतलब ये की होएगा directly proportional होएगा। नेक्स्ट है व्हाट इज रिलेशन बिटवीन पीक वैल्यू एंड RMS वैल्यू ऑफ अल्टरनेटिंग वोल्टेज, ठीक है। फिर वही रिलेशन बेटा पीक वैल्यू दे नाल RMS दा याद रखियो कि E0 अपॉन √2 आना है, जाओ तुहानू क्या सी मैं 70.7% याद रख लियो, ठीक है। ये चीज़ है तुहाडी। नेक्स्ट है इत्थे राजे ERMS लिख लियो सारे, ERMS इज इक्वल टू E0 अपॉन √2। Phase relation between current and voltage in case of pure resistance, pure resistance ਦੇ केस च तुहानू याद होना है ਅਸੀਂ अलग-अलग वीडियो ਜਿਹੜੀ मैं बनाई सी ना AC through resistance, inductance and capacitance, ਉਹਦੇ ਵਿੱਚ ਅਸੀਂ ਤਿੰਨਾਂ ਦੇ ਫੇਜ਼ ਸਟੱਡੀ ਕੀਤੇ ਸੀ। ਰੈਜ਼ਿਸਟੈਂਸ ਦੇ ਕੇਸ ਦੇ ਵਿੱਚ I ਤੇ E ਸੇਮ ਫੇਜ਼ 'ਚ ਹੁੰਦੇ ਆ, ਠੀਕ ਹੈ। ਜੇ ਫੇਜ਼ ਡਿਫਰੈਂਸ ਪੁੱਛਿਆ ਹੈ ਦੋਨਾਂ 'ਚ ਤਾਂ 0 ਲਿਖਣਾ ਹੈ, ਜੇ ਫੇਜ਼ ਰਿਲੇਸ਼ਨ ਪੁੱਛਿਆ ਹੈ ਤਾਂ ਲਿਖਣਾ ਹੈ in same phase। एवरेज वैल्यू ऑफ AC ओवर कंप्लीट साइकिल इज 0, ये ट्रू है कि फॉल्स है। देखो वही क्वेश्चन बार बार आ रहे हैं, ये चीज़ां तुहानू याद हो जानियां चाहिए ताकि जो टेस्ट होवे मेरे बच्चों को बिल्कुल भी ना सोचना पवे, एकदम टिप्स से होवे कि हाँ ये 0 है। नेक्स्ट है बेटा वट इज वाटलैस करंट, वाट के यूनिट होंगे बेटा पावर दे, वाटलैस मतलब जेड़े करंट करके पावर ही नहीं आ रही, ओके। द करंट फॉर विच पावर कंज्यूम्ड इज 0। In case of pure inductor, what is relation between I and E? हुण इंडक्टर दा केस आ गया, इंडक्टर दे केस दे विच फेज रिलेशन की सी बेटा, कौन लीड करदा सी, ठीक है। इंडक्टर दे केस दे विच करंट लैग करदा है ते EMF लीड करदी है बाय 90 डिग्री, ठीक है बेटे। जे थोड़ी जी भी कन्फ्यूजन हुंदी है तुसी LCR सीरीज सर्किट वाला अच्छी तरह कीता होया, उन्होंने फॉर्मूले नू याद भी कीता है, टेस्ट भी दिता है, तुसी डायग्राम बनाई हुई है, उन्होंने सोचा करो। असी एक्स एक्सिस वाल करंट लिया है ना, तो इंडक्टर के केस वोल्टेज उपर नू बनाई है, मतलब करंट तो लीड कर रही है। कैपेसिटर के केस नीचे नू बनाई है, मतलब वो लैग कर रही है वोल्टेज, करंट लीड कर रहा उत्थे। ते रेजिस्टेंस वाले केस बिल्कुल उपर उपर बनाई, वो सेम फेज है। What are units of inductance? Inductance the unit की होंगे बेटा, फिर द्वारा repeat है question. Inductors connected in series will increase the total inductance value. ये true है, ठीक है। जब ਅਸੀਂ series चलाने inductors ਨੂੰ तो value increase होएगी। Why high frequency AC cannot pass through an inductor? High frequency AC ਜਿਹੜਾ है वो inductor ਦੇ ਵਿੱਚੋਂ pass करदा है, क्यों नहीं करता, है ना। हुणे तुसी रिएक्टेंस वाला कंसैप्ट लैके आना है, तुहानू पता है कि रिएक्टेंस कितनी हुंदी है, ठीक है ना। वो तुसी लिख लेनी है पहला, इंडक्टर की XL इज इक्वल टू ओमेगा इंटू L। जे हाई फ्रिक्वेंसी है तो ओमेगा हाई हो जाना, जे ओमेगा हाई हो गया तो इंडक्टिव रिएक्टेंस बहुत हाई हो गई, इस करके उन्होंने पास नहीं करन देगा। वट इज इंडक्टिव रिएक्टेंस, रिएक्टेंस है रिस्ट्रिक्शन टू फ्लो ऑफ करंट थ्रू इंडक्टर, फॉर्मूला फिर वही XL इज इक्वल टू ओमेगा L। नेक्स्ट इज वट इज अल्टरनेटिंग करंट, अल्टरनेटिंग करंट क्या है बेटा, वो करंट जिहड़ा कंटिन्यूटी दे विच अपना मैग्नीट्यूड चेंज करता है तो पीरियडिकली अपनी डायरैक्शन चेंज करता है, इनू किस तरह लिखोगे, इट इज द करंट हुज मैग्नीट्यूड चेंजेस कंटिन्यूसली एंड डायरेक्शन रिवर्सेस पीरियडिकली। नेक्स्ट क्वेश्चन, व्हेन AC flows through capacitor, peak value of current is given by,
ਪੀਕ ਵੈਲਿਊ ਬੇਟਾ ਕਿੰਨੀ ਦਿੰਦੇ ਆਪਾਂ ਜਦੋਂ ਕਪੈਸਿਟਰ ਦੇ ਵਿੱਚੋਂ ਫਲੋ ਕਰਦਾ ਹੈ ਨਾ। ਕਪੈਸਿਟਰ ਦੇ ਵਿੱਚ ਤੁਹਾਨੂੰ ਯਾਦ ਹੈ ਮੈਂ ਤੁਹਾਨੂੰ ਡਿਰਾਈਵ ਕਰਵਾਇਆ ਪਹਿਲਾਂ ਰਿਲੇਸ਼ਨ ਹੈ ਨਾ, ਫਿਰ ਅਸੀਂ ਫੇਜ਼ ਰਿਲੇਸ਼ਨ ਕੱਢਿਆ ਸੀ। ਉਹ ਜਿਹੜਾ ਅਸੀਂ ਉੱਥੇ I ਨੋਟ ਇਹਨੂੰ ਲਿਖਿਆ ਸੀ, ਉਹ ਜੇ ਤੁਹਾਨੂੰ ਯਾਦ ਹੋਵੇ E ਨੋਟ ਅਪੋਨ XC ਆਇਆ ਸੀ। ਦੇਖੋ ਕਿੱਦਾਂ ਆਰਟੀਕਲ ਦੇ ਵਿੱਚੋਂ ਕੁਐਸਚਨ ਨਿਕਲਿਆ ਹੈ ਨਾ। ਵੀ ਤੁਹਾਨੂੰ ਨੂਮੈਰੀਕਲ ਵੀ ਆ ਸਕਦਾ ਹੈ ਕਿ ਵੋਲਟੇਜ ਦਿੱਤੀ ਹੈ, XC ਦਿੱਤੀ ਹੈ ਤੇ ਦੱਸੋ ਕਿੰਨੀ ਪੀਕ ਵੈਲਿਊ ਹੋਏਗੀ। ਸੋ ਆਹ ਰਿਲੇਸ਼ਨ ਤੁਸੀਂ ਯਾਦ ਰੱਖਣਾ, ਕਿਉਂਕਿ ਕਰੰਟ ਦਾ ਵੋਲਟੇਜ ਅਪੋਨ ਰੈਜ਼ਿਸਟੈਂਸ ਹੀ ਰਹਿਣਾ ਹੈ ਨਾ। ਕੈਪੈਸਿਟਰ ਦੇ ਕੇਸ 'ਚ ਰੈਜ਼ਿਸਟੈਂਸ XC ਹੈ ਤੇ ਜਿਹੜੀ ਪੀਕ ਵੋਲਟੇਜ ਹੈ ਉਹ E ਨੋਟ ਹੁੰਦੀ ਹੈ। XL and XC have opposing effects in LCR series circuit. XL ਤੇ XC ਦਾ opposing effect ਹੀ ਹੋਏਗਾ ਕਿਉਂਕਿ ਇਹ reduce ਕਰ ਰਿਹਾ ਹੈ ਨਾ। ਸੋ ਕੀ ਹੈ true। What is unit of reactance? Reactance मतलब resistance है ना, चाहे वो इंडक्टिव है चाहे कैपेसिटिव है, यूनिट ਉਹਦੇ ਕੀ ਹੋਣਗੇ ओम। What is capacitive reactance in DC circuit? DC circuit ਦੇ ਵਿੱਚ capacitive reactance ਕਿੰਨੀ ਹੋਏਗੀ ਬੇਟਾ? ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ, ਮੈਂ ਤੁਹਾਨੂੰ ਉਹ ਲਿਖਵਾਇਆ ਸੀ ਵੈਰੀ ਇੰਪੋਰਟੈਂਟ ਕਰਕੇ। capacitor blocks DCY, ਉਹਦੇ 'ਚ ਤੁਹਾਨੂੰ ਯਾਦ ਹੋਣਾ ਸੀ ਕੀ ਕੀਤਾ ਸੀ ਅਸੀਂ, ਪਹਿਲਾਂ XC ਦੀ ਵੈਲਿਊ ਲਿਖੀ ਸੀ 1/ω ਸੀ। ਫਿਰ ਅਸੀਂ ਪ੍ਰੂਫ ਕੀਤਾ ਸੀ ਕਿ ਓਮੇਗਾ ਤਾਂ 0 ਹੀ ਹੁੰਦਾ ਹੈ DC ਵਾਸਤੇ ਕਿਉਂਕਿ ਫ੍ਰੀਕੁਐਂਸੀ 0 ਹੈ। ਇਹ 0 ਹੈ ਤਾਂ XC ਇਨਫਾਈਨਾਈਟ ਹੋ ਜਾਏਗਾ। ਸੋ ਇਨਫਾਈਨਾਈਟ ਆंसर ਆਏਗਾ ਇਸਦਾ। ਨੈਕਸਟ ਇਜ਼ ਇਨ RLC ਸਰਕਟ, LCR ਸੀਰੀਜ਼ ਜਾਂ RLC ਕੁਝ ਵੀ ਲਿਖਿਆ ਹੋਵੇ ਬੇਟਾ, ਠੀਕ ਹੈ, ਇਹ ਸੀਰੀਜ਼ ਸਰਕਟ ਦੀ ਗੱਲ ਹੈ। ਵਿਚ ਕੁਆਂਟਿਟੀ ਇਜ਼ ਆਲਵੇਜ਼ ਯੂਜ਼ਡ ਐਜ਼ ਵੈਕਟਰ ਰੈਫਰੈਂਸ, ਆंसर ਕੀ ਆਏਗਾ ਵੋਲਟੇਜ। The power factor of ordinary electric bulb is, power factor बेटा की हुंदा है, power factor तुसी सारिਆਂ ने बार-बार ਕੀਤਾ ਹੋਇਆ ਨਾ cos phi वाला, ਕਾਦੇ ਬਰਾਬਰ ਆਇਆ ਸੀ ਇਹ है ना, पावर ਦੀ ਰੇਸ਼ੋ है ना। सो ਕੀ ਆਏਗਾ ਇਹ slightly less than 1, क्योंकि मैं ਤੁਹਾਨੂੰ ਕਿਹਾ ਸੀ 100% efficient ਕੋਈ ਚੀਜ਼ ਨਹੀਂ ਹੁੰਦੀ, ਚਾਹੇ ਜਿਹੜੀ ਮਰਜ਼ੀ ਮੋਟਰ ਹੈ ਕੁਛ ਨਾ ਕੁਛ ਵੇਸਟੇਜ ਹੁੰਦੀ ਹੈ ना। सो ਇਹਦੀ ਵੈਲਿਊ less than 1 ਆਏਗੀ ਕਿਉਂਕਿ ਅਸੀਂ ਆਊਟਪੁੱਟ ਪਾਵਰ ਅਪੋਨ ਇਨਪੁੱਟ ਪਾਵਰ ਕਰਦੇ ਹਾਂ ਨਾ, ਜਿੰਨੀ ਪਾਵਰ ਸਾਨੂੰ ਮਿਲੀ ਤੇ ਜਿੰਨੀ ਪਾਵਰ ਉਹਦੇ ਤੱਕ ਪਹੁੰਚੀ ਉਹਨਾਂ ਦੀ ਰੇਸ਼ੋ ਹੀ ਹੈ ਇਹ। ਸੋ ਇਹ ਲੈਸ ਦੈਨ 1 ਹੋਏਗਾ। The reactance voltage VL and VC cancel at resonance, ਤੁਹਾਨੂੰ ਯਾਦ ਹੈ resonance ਕੀ ਹੋਇਆ ਸੀ, XL upon XC ਹੋ ਗਿਆ ਸੀ, Z is equal to R ਆ ਗਿਆ ਸੀ, ਇਹਦਾ ਮਤਲਬ ਇਹ ਦੋਨੋਂ ਕੈਂਸਲ ਕਰ ਗਏ ਸੀ ਉਹਦੇ ਵਿੱਚ। ਸੋ ਇਹ ਆंसर ਟਰੂ ਹੈ। Next is a circuit with resistor, inductor and capacitor in series is resonant at F naught hertz. If all the values are doubled, what will be the new resonant frequency? सारी values double कर दो तो की होएगा बेटा? देखो F naught upon 2 इन्नी रह जाएगी frequency, ठीक है, क्योंकि तुसी L ਨੂੰ भी double करता, C ਨੂੰ भी double कर देता। R ਤੇ ਤਾਂ ਡਿਪੈਂਡ ਨਹੀਂ ਕਰਦੀ ਹੈ ਨਾ, ਰੈਜ਼ੋਨੈਂਟ ਫ੍ਰੀਕੁਐਂਸੀ ਦੀ ਆਪਾਂ ਕੱਢੀ ਹੋਈ ਹੈ ਵੈਲਿਊ। L ਨੂੰ ਡਬਲ ਕਰ ਦੋ, C ਨੂੰ ਡਬਲ ਕਰ ਲਓ, ਇੱਥੇ 4 ਆ ਜਾਏਗਾ, 4 ਦਾ ਜਦੋਂ ਰੂਟ ਕਰੋਗੇ 2 ਆ ਜਾਣਾ ਇੱਥੇ। ਇਹਦਾ ਮਤਲਬ ਜਿਹੜੀ ਤੁਹਾਡੀ F ਨੋਟ ਦੀ ਵੈਲਿਊ ਹਾਫ ਰਹਿ ਜਾਣੀ ਹੈ ਪਹਿਲਾਂ ਨਾਲੋਂ, ਅੱਧੀ ਹੋ ਗਈ। ਰੈਸੀਪ੍ਰੋਕਲ ਆਫ ਇੰਪੀਡੈਂਸ ਇਜ਼ ਕਾਲਡ, ਜਿੱਦਾਂ ਤੁਸੀਂ ਰੈਸੀਪ੍ਰੋਕਲ ਆਫ ਰੈਜ਼ਿਸਟੈਂਸ ਕਰਦੇ ਸੀ ਨਾ, ਕੰਡਕਟੈਂਸ ਹੁੰਦਾ ਹੈ, ਇਸੇ ਤਰ੍ਹਾਂ ਇੰਪੀਡੈਂਸ ਦਾ ਰੈਸੀਪ੍ਰੋਕਲ ਵੀ ਕੰਡਕਟੈਂਸ ਹੁੰਦਾ ਹੈ, ਕਿਉਂਕਿ ਰੈਜ਼ਿਸਟੈਂਸ ਹੀ ਹੈ ਨਾ ਬੇਟਾ, ਜਿੰਨਾ ਘੱਟ ਇੰਪੀਡੈਂਸ ਹੋਏਗਾ ਉਨੀ ਜ਼ਿਆਦਾ ਕੰਡਕਟੈਂਸ ਹੋਏਗੀ। What is peak value of 220 volt? ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਬੇਟਾ, ਇਹ ਤੁਹਾਨੂੰ ਆਨਸਰ ਹੀ ਯਾਦ ਹੋਣਾ ਚਾਹੀਦਾ ਕਿ 311 ਵੋਲਟ ਹੁੰਦੀ ਹੈ, ਕਿਉਂਕਿ ਜਦੋਂ ਤੁਹਾਨੂੰ ਇਹ ਕੁਐਸਚਨ ਆਉਂਦਾ ਹੈ ਨਾ AC is more dangerous than DC, ਤੁਹਾਨੂੰ ਸਭ ਨੂੰ ਪਤਾ ਹੈ ਨਾ, ਜੇ ਤੁਸੀਂ AC ਦਾ ਕਰੰਟ ਤੁਹਾਨੂੰ ਲੱਗ ਜਾਏ ਤਾਂ ਆਪਣੀ ਡੈਥ ਤੱਕ ਵੀ ਹੋ ਸਕਦੀ ਹੈ ਬੰਦੇ ਦੀ, ਹੈ ਨਾ, ਉਹ ਜ਼ਿਆਦਾ ਡੇਂਜਰਸ ਹੈ। ਕਿਉਂ ਡੇਂਜਰਸ ਹੈ? ਕਿਉਂਕਿ ਜਿਹੜਾ ਤੁਹਾਡਾ 220 ਵੋਲਟ ਹੈ ਨਾ, ਇਹ ਤਾਂ ਰੂਟ ਮੀਨ ਸਕੁਅਰ ਵੈਲਿਊ ਹੈ, ਜਿਹੜੀ ਮੈਂ ਤੁਹਾਨੂੰ ਦੱਸਿਆ ਹੋਇਆ ਵੀਡੀਓ ਦੇ ਵਿੱਚ ਕਿ ਰੂਟ ਮੀਨ ਸਕੁਅਰ ਵੈਲਿਊ ਹੀ ਆਪਾਂ ਯੂਜ਼ ਕਰਦੇ ਹਾਂ ਨਾ ਜ਼ਿਆਦਾਤਰ। ਸੋ ਇਹ ਜਿਹੜੀ 220 ਵੋਲਟ ਆਈ ਹੈ, ਜੇ ਤਾਂ DC 220 ਵੋਲਟ ਹੈ ਉਹਨੇ ਤਾਂ ਚੇਂਜ ਹੋਣਾ ਨਹੀਂ, ਉਹ ਤਾਂ 220 ਵੋਲਟ ਹੀ ਰਹੇਗੀ। ਉਹਦੇ ਕੰਪੈਰੀਜ਼ਨ 'ਚ 220 ਵੋਲਟ ਦਾ ਜਦੋਂ ਅਸੀਂ ਪੀਕ ਵੈਲਿਊ ਕੱਢਣੀ ਹੈ, ਮਤਲਬ √2 into 220 ਬਣ ਜਾਣੀ, ਮਲਟੀਪਲਾਈ ਹੋ ਜਾਣਾ ਉਹਨੇ 1.414 ਨਾਲ, ਹੈ ਨਾ। ਜਦੋਂ ਮਲਟੀਪਲਾਈ ਹੋਗਾ ਉਹ 311 ਹੋ ਜਾਣੀ ਹੈ। ਫਿਰ AC ਇਹਦਾ ਮਤਲਬ 311 ਵੋਲਟ ਦਾ ਝਟਕਾ ਦੇ ਰਹੀ ਹੈ, DC 220 ਦਾ ਹੀ ਦੇ ਰਹੀ ਹੈ, ਤਾਂ ਜ਼ਿਆਦਾ ਡੇਂਜਰਸ ਕੌਣ ਹੋਏਗਾ? ਫਿਰ ਜ਼ਿਆਦਾ ਡੇਂਜਰਸ ਹੋਏਗੀ AC, ਹੈ ਨਾ। ਸੋ ਪੀਕ ਵੈਲਿਊ ਇਸ ਤਰ੍ਹਾਂ ਕੱਢਣੀ ਹੈ, ਇਹ ਸਾਰੇ ਮੇਰੇ ਬੱਚਿਆਂ ਨੂੰ ਯਾਦ ਹੋਣੀ ਚਾਹੀਦੀ। 220 ਦੀ ਪੀਕ ਵੈਲਿਊ 311 ਵੋਲਟ ਹੁੰਦੀ ਹੈ, ਆਪਸ਼ਨ ਦਿੱਤੇ ਹੋਣਗੇ, ਕੱਢਣ ਦੀ ਲੋੜ ਹੀ ਨਾ ਪਏ ਤੁਹਾਨੂੰ, ਇੰਨੇ ਜ਼ਿਆਦਾ ਇਹਨੂੰ ਅੱਛੀ ਤਰ੍ਹਾਂ ਦਿਮਾਗ 'ਚ ਬਿਠਾ ਲਓ,
ठीक है बेटे। चलो मेरी एक कोशिश है कि मैं ਤੁਹਾਨੂੰ ਸਾਰੇ ਇੱਕ ਨੰਬਰ ਵਾਲੇ ਕੁਐਸਚਨ ਜਿੰਨੇ ਕਿ ਮੈਂ ਕਰਵਾ ਸਕਦੀ ਹਾਂ ਬੇਟਾ ਮੈਂ ਕਰਵਾ ਰਹੀ ਹਾਂ ਤੇ ਤੁਸੀਂ ਬਾਰ-ਬਾਰ ਵੀਡੀਓ ਸੁਣੋ। ਮੇਰੇ ਬੱਚਿਆਂ ਨੂੰ ਬਹੁਤ ਜ਼ਿਆਦਾ ਕਿਤੇ ਇਦਾਂ ਨਾ ਲੱਗੇ ਕਿ ਹਾਂ ਸਾਨੂੰ ਕੁਝ ਨਹੀਂ ਆਉਂਦਾ ਨਾ, ਕਈ ਵਾਰੀ ਫਿਰ ਇਹ ਸੋਚ ਕੇ ਸਾਨੂੰ ਜੋ ਆਉਂਦਾ ਉਹ ਵੀ ਭੁੱਲ ਜਾਂਦਾ ਹੈ। ਹੁਣ ਤੁਹਾਨੂੰ ਪਤਾ ਹੈ ਕਿ ਸਾਰੇ ਇੱਕ ਨੰਬਰ ਵਾਲੇ ਕੁਐਸਚਨ ਉਹੀ ਵਾਲੇ ਆਰਟੀਕਲਸ ਵਿੱਚੋਂ ਨਿਕਲਦੇ ਆ ਜਿਹੜੇ ਆਰਟੀਕਲ ਅਸੀਂ ਕਰ ਚੁੱਕੇ ਹਾਂ। ਸੋ ਸਾਰੇ ਬੱਚਿਆਂ ਨੇ ਕੌਨਫੀਡੈਂਸ ਰੱਖਣਾ ਹੈ। ਤੁਸੀਂ ਸਾਰੇ ਬਹੁਤ ਅੱਛਾ ਕਰ ਰਹੇ ਹੋ, ਠੀਕ ਹੈ। ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ, ਮੇਰੇ ਬੱਚੇ ਜ਼ਰੂਰ ਅੱਛਾ ਕਰਨਗੇ ਔਰ ਬਹੁਤ ਅੱਛਾ ਕਰਨਗੇ। ਆਲ ਦ ਬੈਸਟ ਬੇਟਾ, ਥੈਂਕ ਯੂ। ਇੱਕ ਹੋਰ ਗੱਲ ਰਾਜੇ ਕਿ ਤੁਹਾਡੇ ਜਿਹੜੇ ਹੁਣ 3rd ਯੂਨਿਟ ਤੇ ਸੀ ਉਹ ਮੈਂ ਪਹਿਲਾਂ ਹੀ ਵੀਡੀਓਜ਼ ਪਾ ਚੁੱਕੀ ਹਾਂ। ਇੱਕ ਨੰਬਰ ਵਾਲੇ ਕੁਐਸਚਨ ਅਸਾਈਨਮੈਂਟਸ ਦੀਆਂ ਬਹੁਤ ਸਾਰੀਆਂ ਵੀਡੀਓਜ਼ ਬਣੀਆਂ ਹੋਈਆਂ ਨੇ। ਮੈਂ ਪਲੇਲਿਸਟ ਦੇ ਵਿੱਚ ਸਾਰੀਆਂ ਵੀਡੀਓਜ਼ ਇਕੱਠੀਆਂ ਕਰ ਦਿੱਤੀਆਂ ਨੇ, ਠੀਕ ਹੈ। ਉਹ ਸਾਰੇ ਮਤਲਬ ਤੁਹਾਡੇ ਪੈਸ ਲਈ ਕੁਐਸਚਨ ਹੈ ਸਪੈਸ਼ਲ, ਠੀਕ ਹੈ ਨਾ। ਉਹ ਜਿਹੜੀ ਸਾਰੀਆਂ ਵੀਡੀਓਜ਼ ਤੁਸੀਂ 1-2 ਵਾਰੀ ਸੁਣ ਲਿਆ ਕਰੋ। ਬੁੱਧਵਾਰ ਦੀ ਬੁੱਧਵਾਰ ਤੁਹਾਡਾ ਟੈਸਟ ਹੋਇਆ ਕਰਨਾ ਹੈ ਨਾ, ਉਹਨਾਂ ਨੂੰ ਸੁਣ ਲਓ। ਕੀ ਹੋਏਗਾ, ਰਿਵੀਜ਼ਨ ਹੋਣੀ ਹੈ, ਤੁਹਾਡੇ ਕੁਐਸਚਨ ਅੱਛੀ ਤਰ੍ਹਾਂ ਤੁਹਾਨੂੰ ਯਾਦ ਹੋ ਜਾਣਗੇ, ਤੁਹਾਨੂੰ ਕੱਢਣੇ ਆ ਜਾਣਗੇ। ਥੈਂਕ ਯੂ ਬੇਟਾ।